ਬਾਹਰ ਗਏ ਮੁੰਡੇ ਨਾਲ ਆ ਕੁਝ ਕੀਤਾ ਅੰਗਰੇਜ਼ਾਂ ਨੇ। ਹੁਣ NRI ਸਿੱਖ ਵੀ ਹੋਣ ਲੱਗ ਪਏ ਇਸ ਦਾ ਸ਼ਿਕਾਰ। ਜਿਹੜੇ ਲੋਕ ਗਏ ਨੇ ਬਾਹਰ, ਖਾਸ ਕਰਕੇ ਦੇਖ ਲੈਣ ਇਹ ਵੀਡੀਓ। ਇੱਕ ਨੌਜਵਾਨ ਜੋ ਕਿ ਅਮਰੀਕਾ ਦੇ ਵਿੱਚ ਰਹਿੰਦਾ ਸੀਗਾ ਤੇ ਬਹੁਤ ਵਧੀਆ ਉਸਦਾ ਬਿਜ਼ਨਸ ਕੰਮਕਾਰ ਚੱਲਦਾ ਸੀ। ਉਸਦੇ ਕੋਲ ਆਪਣੇ ਪਿਤਾ ਦੀ ਬਹੁਤ ਜ਼ਿਆਦਾ ਸੰਪत्ति ਸੀ ਤੇ ਬਹੁਤ ਜ਼ਿਆਦਾ ਅਮੀਰ ਵੀ ਸੀ ਉਹ ਨੌਜਵਾਨ। ਤੇ ਉਸਦੇ ਨਾਲ ਜਿੱਥੇ ਉਹ ਕੰਮ ਕਰਦਾ ਸੀ, ਉਹ ਇੱਕ ਕੁੜੀ ਵੀ ਉੱਥੇ ਕੰਮ ਕਰਦੀ ਸੀ, ਜਿੱਥੇ ਉਹ ਦੋਨਾਂ ਦੀ ਮੁਲਾਕਾਤ ਹੋਈ ਤੇ ਦੋਵਾਂ ਨੇ ਆਪਸ ਦੇ ਵਿੱਚ ਵਿਆਹ ਕਰਵਾਉਣ ਬਾਰੇ ਉਹ ਜਿਹੜੀ ਲੜਕੀ ਸੀਗੀ ਉਹ ਅਮਰੀਕਾ ਦੇ ਵਿੱਚ ਹੀ ਜੰਮੀ ਪਲੀ ਸੀਗੀ ਤੇ ਉਸ ਲੜਕੀ ਦੇ ਨਾਲ ਨੌਜਵਾਨ ਨੇ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ। ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਉਹ ਨੌਜਵਾਨ ਜੋ ਹੈ ਉਸਨੇ ਵਿਆਹ ਕਰਵਾ ਲਿਆ ਤੇ ਥੋੜੇ ਸਮੇਂ ਬਾਅਦ ਜੋ ਹੈ ਉਹ ਦੋਨਾਂ ਦੀ ਬਣਨੀ ਜਿਹੜੀ ਆ ਬੰਦ ਹੋ ਗਈ, ਯਾਨੀ ਕਿ ਘਰ ਦੇ ਵਿੱਚ ਕਲੇਸ਼ ਰਹਿਣਾ ਸ਼ੁਰੂ ਹੋ ਗਿਆ। ਨੌਜਵਾਨ ਨੂੰ ਬਿਲਕੁਲ ਨਹੀਂ ਪਤਾ ਸੀਗਾ ਕਿ ਉਸ ਲੜਕੀ ਨੇ ਜੋ ਹੈ ਵਿਆਹ ਨੌਜਵਾਨ ਨਾਲ ਉਸਦੀ ਸੰਪत्ति ਨੂੰ ਦੇਖਦੇ ਹੋਏ ਕਰਵਾਇਆ। ਹੌਲੀ ਹੌਲੀ ਇੰਨਾ ਕੁ ਕਲੇਸ਼ ਵੱਧ ਗਿਆ ਕਿ ਕਲੇਸ਼ ਵਧਣ ਦੇ ਕਰਕੇ ਨੌਜਵਾਨ ਪਰੇਸ਼ਾਨ ਵੀ ਰਹਿਣ ਲੱਗ ਗਿਆ। ਇੱਕ ਦਿਨ ਲੜਕੀ ਨੇ ਤਾਂ ਹੱਦ ਕਰ ਦਿੱਤੀ ਤੇ ਜਦੋਂ ਆਪਣੇ ਪਤੀ ਦੇ ਉੱਤੇ ਇਲਜ਼ਾਮ ਲਗਾਇਆ ਕਿ ਇਹ ਮੈਨੂੰ ਕੁੱਟਦਾ ਮਾਰਦਾ ਹੈ, ਮੇਰੇ ਉੱਤੇ ਹੱਥ ਚੱਕਦਾ ਹੈ, ਤੇ ਉਸ ਨੂੰ ਪੁਲਿਸ ਦੇ ਵਿੱਚ ਗ੍ਰਿਫਤਾਰ ਕਰਵਾ ਦਿੱਤਾ ਗਿਆ ਸੀਗਾ ਕਿ ਇਸ ਨੇ ਮੇਰੇ ਉੱਤੇ ਜੋ ਹੈ ਹੱਥ ਚੱਕਿਆ। ਫਿਰ ਉਹ ਨੌਜਵਾਨ ਜੇਲ੍ਹ ਵੀ ਕੱਟ ਕੇ ਆਇਆ ਤੇ ਉਸਦੇ ਉੱਤੇ ਕੇਸ ਵੀ ਚੱਲ ਰਿਹਾ ਸੀ ਤੇ ਉਹ ਨੌਜਵਾਨ ਬਾਹਰ ਤਾਂ ਆ ਗਿਆ, ਪਰ ਬਹੁਤ ਜ਼ਿਆਦਾ ਪਰੇਸ਼ਾਨੀ ਜਿਹੜੀ ਆ ਉਸਨੂੰ ਹੋਣ ਲੱਗ ਗਈ ਤੇ ਉਸਦੀ ਜਿਹੜੀ ਪਤਨੀ ਆ ਉਸਨੇ ਉਸਨੂੰ ਛੱਡ ਦਿੱਤਾ। ਘਰ ਦੇ ਵਿੱਚ ਕਹਿ ਸਕਦੇ ਆ ਕਿ ਇੱਕ ਤਰ੍ਹਾਂ ਸੋਗ ਦੀ ਲਹਿਰ ਹੀ ਪੈਦਾ ਹੋ ਗਈ, ਯਾਨੀ ਕਿ ਘਰ ਦੇ ਵਿੱਚ ਇੰਨੀ ਕੁ ਸ਼ਾਂਤੀ, ਉਹ ਨੌਜਵਾਨ ਇੰਨਾ ਕੁ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਗਿਆ। ਉਸ ਤੋਂ ਬਾਅਦ ਜਿੱਥੇ ਉਹ ਕੰਮ ਕਰਦਾ ਸੀ ਉੱਥੇ ਵੀ ਇੰਨੀ ਕੁ ਜ਼ਿਆਦਾ ਉਸਦੀ ਵਿਗੜਨ ਲੱਗ ਪਈ। ਉੱਥੇ ਵੀ ਉਸਨੂੰ ਇਸ ਨਿਗਾਹ ਨਾਲ ਦੇਖਣ ਲੱਗ ਗਏ ਕਿ ਜਿਵੇਂ ਉਸਨੇ ਕਿਸੇ ਦਾ ਕਤਲ ਕਰ ਦਿੱਤਾ ਹੋਵੇ। ਤਾਂ ਉਹਦੀ ਨੌਕਰੀ ਵੀ ਛੁੱਟ ਗਈ ਤੇ ਉਹ ਰੋਜ਼ਾਨਾ ਜੋ ਹੈ ਘਰ ਤੋਂ ਬਾਹਰ ਪਾਰਕ ਦੇ ਵਿੱਚ ਬੈਠਾ ਰਹਿੰਦਾ ਤੇ ਉਸਨੂੰ ਕੋਈ ਵੀ ਸੁੱਧ-ਬੁੱਧ ਨਹੀਂ ਹੁੰਦੀ, ਇੰਨਾ ਕੁ ਜ਼ਿਆਦਾ ਪਰੇਸ਼ਾਨ ਹੋ ਗਿਆ ਸੀ। ਤੇ ਰੋਜ਼ਾਨਾ ਉਹ ਇੱਕ ਜੋੜੇ ਨੂੰ ਦੇਖਦਾ ਸੀ, ਇੱਕ ਬਜ਼ੁਰਗ ਜੋੜਾ ਜੋ ਕਿ ਹੱਸਦਾ ਖੇਡਦਾ ਇੱਕ ਦੂਸਰੇ ਨਾਲ ਗੱਲਾਂ ਕਰਦਾ। ਤੇ ਜਦੋਂ ਉਹ ਗੁਰਦੁਆਰਾ ਸਾਹਿਬ ਰੋਜ਼ਾਨਾ ਜਾਂਦੇ ਤੇ ਮੂੰਹ ਦੇ ਵਿੱਚ ਕੁਝ ਜਾਪ ਕਰਦੇ, ਫਿਰ ਜਦੋਂ ਮੱਥਾ ਟੇਕ ਕੇ ਬਾਹਰ ਆਉਂਦੇ ਤਾਂ ਫਿਰ ਹੱਸਦੇ ਵਸਦੇ ਦੋਵੇਂ ਇੱਕ ਦੂਸਰੇ ਨਾਲ ਗੱਲਾਂ ਕਰਦੇ ਬਾਹਰ ਆਉਂਦੇ। ਤਾਂ ਉਸ ਨੌਜਵਾਨ ਨੇ ਜਦੋਂ ਰੋਜ਼ਾਨਾ ਉਹਨਾਂ ਨੂੰ ਦੇਖਦਾ ਸੀਗਾ ਤੇ ਉਹ ਸੋਚਦਾ ਸੀ ਕਿ ਕਾਸ਼ ਉਸਦਾ ਜੀਵਨ ਵੀ ਅਜਿਹਾ ਹੁੰਦਾ, ਉਹ ਵੀ ਆਪਣੀ ਪਤਨੀ ਨਾਲ ਇੰਨਾ ਕੁ ਖੁਸ਼ਹਾਲ ਹੁੰਦਾ। ਉਹ ਦੋਵੇਂ ਜੋੜੇ ਨੂੰ ਦੇਖ ਕੇ ਉਸ ਨੂੰ ਆਪਣੀ ਪਤਨੀ ਦੀ ਯਾਦ ਵੀ ਆਉਂਦੀ ਤੇ ਆਪਣਾ ਪਿਆਰ ਯਾਦ ਆਉਂਦਾ। ਰੋਜ਼ਾਨਾ ਜੋ ਹੈ ਨੌਜਵਾਨ ਉੱਥੇ ਬੈਠਾ ਰਹਿੰਦਾ ਤੇ ਉਹ ਜੋ ਬਜ਼ੁਰਗ ਜੋੜਾ ਹੈ ਉਸ ਨੌਜਵਾਨ ਨੂੰ ਰੋਜ਼ ਬੁਲਾ ਕੇ ਵੀ ਨਿਕਲਦਾ ਸੀ। ਪਰ ਇੱਕ ਦਿਨ ਬਜ਼ੁਰਗ ਜੋੜੇ ਨੇ ਉਸ ਨੌਜਵਾਨ ਨੂੰ ਪੁੱਛ ਹੀ ਲਿਆ ਕਿ ਆਖਿਰਕਾਰ ਤੂੰ ਇੱਥੇ ਰੋਜ਼ ਕਿਉਂ ਬੈਠਾ ਰਹਿੰਦਾ ਹੈ। ਬਜ਼ੁਰਗ ਜੋੜੇ ਨੇ ਕਿਹਾ ਕਿ ਤੂੰ ਪਰੇਸ਼ਾਨ ਲੱਗਦਾ ਹੈ, ਦੱਸ ਤੈਨੂੰ ਕੀ ਪਰੇਸ਼ਾਨੀ ਹੈ। ਤਾਂ ਫਿਰ ਉਹਨਾਂ ਨੇ ਕਿਹਾ ਕਿ ਜਿਹੜੀ ਵੀ ਤੈਨੂੰ ਪਰੇਸ਼ਾਨੀ ਹੈ ਤੇ ਤੂੰ ਗੁਰੂ ਦੇ ਲੜ ਲੱਗ, ਹਰ ਇੱਕ ਤੇਰੀ ਮੁਸ਼ਕਿਲ ਹੱਲ ਹੋ ਜਾਵੇਗੀ। ਦੋਵੇਂ ਜਿਹੜਾ ਜੋੜਾ ਸੀਗਾ ਬਜ਼ੁਰਗ ਜੋੜਾ, ਉਹਨਾਂ ਦੇ ਨਾਲ ਗੁਰੂ ਘਰ ਗਿਆ ਤੇ ਜਿਵੇਂ ਜਿਵੇਂ ਜੋੜਾ ਮੱਥਾ ਟੇਕਦਾ ਗਿਆ ਉਹ ਨੌਜਵਾਨ ਵੀ ਉਸੇ ਤਰੀਕੇ ਦੇ ਨਾਲ ਕਰਦਾ ਰਿਹਾ। ਨੌਜਵਾਨ ਨੂੰ ਗੁਰੂ ਘਰ ਜਾ ਕੇ ਇੰਨਾ ਕੁ ਸਕੂਨ ਮਿਲਿਆ, ਇੰਨੀ ਕੁ ਮਨ ਨੂੰ ਸ਼ਾਂਤੀ ਮਿਲੀ ਕਿ ਉਸ ਨੂੰ ਦੁਨੀਆਦਾਰੀ ਸਾਰੀ ਭੁੱਲ ਗਈ ਤੇ ਉਹ ਰੋਜ਼ਾਨਾ ਇਸੇ ਤਰੀਕੇ ਦੇ ਨਾਲ ਹੀ ਉੱਥੇ ਗੁਰੂ ਘਰ ਜਾਣ ਲੱਗਾ। ਤੇ ਜਿਹੜਾ ਉਸਦੇ ਕੇਸ ਚੱਲਦਾ ਸੀ ਤੇ ਇੱਕ ਦਿਨ ਫਿਰ ਜਦੋਂ ਕੇਸ ਦੀ ਸੁਣਵਾਈ ਸੀਗੀ ਤੇ ਕੋਰਟ ਦੇ ਵਿੱਚ ਹੋ ਗਿਆ ਤਾਂ ਉਸਦਾ ਜਿਹੜਾ ਵਕੀਲ ਸੀਗਾ ਉਹ ਕਿਤੇ ਬਾਹਰ ਗਿਆ ਸੀ ਤੇ ਉਸਨੇ ਆਪਣਾ ਕੇਸ ਕਿਸੇ ਹੋਰ ਵਕੀਲ ਨੂੰ ਦੇ ਦਿੱਤਾ ਸੀ। ਤੇ ਉਹ ਜਿਹੜਾ ਵਕੀਲ ਸੀਗਾ ਉਹ ਗੁਰਸਿੱਖ ਵਕੀਲ ਸੀਗਾ। ਤੇ ਜਦੋਂ ਗੁਰਸਿੱਖ ਵਕੀਲ ਜਿਹੜਾ ਵਾ ਕੋਰਟ ਦੇ ਵਿੱਚ ਦਾਖਲ ਹੁੰਦਾ ਤੇ ਇੱਕ ਅਲੱਗ ਹੀ ਕਹਿ ਸਕਦੇ ਕਿ ਮਹਿਸੂਸ ਹੋਇਆ, ਇੱਕ ਅਲੱਗ ਹੀ ਉੱਥੇ ਦਾ ਮਾਹੌਲ ਬਣ ਗਿਆ। ਤਾਂ ਉਸ ਗੁਰਸਿੱਖ ਨੇ ਵਕੀਲ ਨੇ ਆ ਕੇ ਨੌਜਵਾਨ ਨੂੰ ਕਿਹਾ ਕਿ ਅੱਜ ਤੋਂ ਤੁਹਾਡਾ ਕੇਸ ਮੈਂ ਹੈਂਡਲ ਕਰਾਂਗਾ। ਫਿਰ ਜਦੋਂ ਸਾਰੀਆਂ ਗੱਲਾਂ ਹੋਈਆਂ ਉਸ ਨੌਜਵਾਨ ਨੂੰ ਲੱਗਾ ਕਿ ਹੌਲੀ ਹੌਲੀ ਉਹ ਸਾਰਾ ਕੇਸ ਉਸਦੇ ਪੱਖ ਦੇ ਵਿੱਚ ਆ ਰਿਹਾ ਹੈ ਤੇ ਉਹ ਨੌਜਵਾਨ ਜਿਹੜਾ ਵਾ ਉਹ ਬਹੁਤ ਖੁਸ਼ ਵੀ ਹੋਇਆ। ਤੇ ਜਦੋਂ ਅੰਤ ਦੇ ਵਿੱਚ ਉਹ ਕੇਸ ਜਿੱਤ ਗਿਆ ਤੇ ਇੱਕ ਜਿਹੜਾ ਜੱਜ ਸੀ ਉਸਨੇ ਵੀ ਵਕੀਲ ਦੇ ਅੱਗੇ ਹੱਥ ਜੋੜ ਦਿੱਤੇ ਤੇ ਉਸ ਤੋਂ ਬਾਅਦ ਜਿਹੜਾ ਨੌਜਵਾਨ ਸੀ ਉਹ ਕੇਸ ਜਿੱਤ ਗਿਆ ਤੇ ਉਸਨੇ ਇੰਨਾ ਕੁ ਜ਼ਿਆਦਾ ਰੱਬ ਦਾ ਸ਼ੁਕਰਾਨਾ ਕੀਤਾ, ਉਸ ਵਕੀਲ ਦਾ ਧੰਨਵਾਦ ਵੀ ਕੀਤਾ ਤੇ ਉਹਦੀਆਂ ਅੱਖਾਂ ਤੋਂ ਹੰਝੂ ਨਿਕਲ ਆਏ, ਉਸਦੀਆਂ ਅੱਖਾਂ ਨਮ ਹੋ ਗਈਆਂ ਤੇ ਉਸਨੇ ਵਾਹਿਗੁਰੂ ਦੇ ਅੱਗੇ ਅਰਦਾਸ ਕੀਤੀ ਤੇ ਕਿਹਾ, ਹੇ ਸੱਚੇ ਪਾਤਸ਼ਾਹ, ਇਸ ਤਰੀਕੇ ਦੇ ਨਾਲ ਹੀ ਤੁਸੀਂ ਮੇਰੇ ਨਾਲ ਜੁੜੇ ਰਹੀਓ ਤੇ ਮੇਰੇ ਨਾਲ ਇਸ ਤਰੀਕੇ ਦਾ ਸਹਾਰਾ ਵੀ ਦਿੰਦੇ ਰਹੀਓ।